ਓਮ ਸ਼ਾਂਤੀ। ਅੱਜ ਸੁਣਦੇ ਹਾਂ 15 ਜੂਨ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਇਹ ਤੁਹਾਡੀ ਸਭ ਦੀ ਵਾਨਪ੍ਰਸਥ ਅਵਸਥਾ ਹੈ। ਵਾਪਿਸ ਘਰ ਜਾਣਾ ਹੈ। ਇਸ ਲਈ ਬਾਪ ਦੇ ਵਰਸੇ ਨੂੰ ਯਾਦ ਕਰੋ, ਪਾਵਨ ਬਣੋ, ਸਾਰੇ ਖਾਤੇ ਖਲਾਸ ਕਰੋ। ਪ੍ਰਸ਼ਨ ਹੈ, ਬਾਪ ਹੀ ਬੱਚਿਆਂ ਨੂੰ ਕਿਹੜਾ ਧੀਰਜ ਦਿੰਦੇ ਨੇ? ਬਾਪ ਹੀ ਬੱਚਿਆਂ ਨੂੰ ਕਿਹੜਾ ਧੀਰਜ ਦਿੰਦੇ ਨੇ? ਉੱਤਰ, ਬੱਚੇ, ਇਸ ਰੁਦਰ ਗਿਆਨ ਯੱਗ ਵਿੱਚ ਅਨੇਕ ਤਰ੍ਹਾਂ ਦੇ ਵਿਘਨ ਪੈਂਦੇ ਨੇ, ਪਰ ਧੀਰਜ ਧਰੋ। ਜਦੋਂ ਤੁਹਾਡਾ ਪ੍ਰਭਾਵ ਨਿਕਲੇਗਾ, ਢੇਰ ਦੇ ਢੇਰ ਆਉਣ ਲੱਗਣਗੇ, ਫਿਰ ਸਭ ਤੁਹਾਡੇ ਅੱਗੇ ਆ ਕੇ ਮੱਥਾ ਝੁਕਾਉਣਗੇ। ਬੰਧੇਲਿਆਂ ਦੇ ਬੰਧਨ ਖਤਮ ਹੋ ਜਾਣਗੇ। ਜਿੰਨਾ ਤੁਸੀਂ ਬਾਪ ਨੂੰ ਯਾਦ ਕਰੋਗੇ, ਬੰਧਨ ਟੁੱਟਦੇ ਜਾਣਗੇ। ਤੁਸੀਂ ਵਿਕਰਮਾਜੀਤ ਬਣਦੇ ਜਾਓਗੇ। ਗੀਤ ਹੈ, ਭੋਲੇਨਾਥ ਤੋਂ ਨਿਰਾਲਾ ਕੋਈ ਹੋਰ ਨਹੀਂ। ਓਮ ਸ਼ਾਂਤੀ। ਭੋਲਾਨਾਥ ਸदैव ਸ਼ਿਵ ਨੂੰ ਕਹਿੰਦੇ ਨੇ। ਸ਼ਿਵ ਸ਼ੰਕਰ ਦਾ ਭੇਦ ਤਾਂ ਚੰਗੀ ਤਰ੍ਹਾਂ ਸਮਝਿਆ ਹੀ ਹੈ। ਸ਼ਿਵ ਉੱਚੇ ਤੇ ਉੱਚੇ ਮੂਲ ਵਤਨ ਵਿੱਚ ਰਹਿੰਦੇ ਨੇ। ਸ਼ੰਕਰ ਤਾਂ ਹੈ ਸੂਖਮ ਵਤਨ ਵਾਸੀ। ਉਹਨਾਂ ਨੂੰ ਭਗਵਾਨ ਕਿਵੇਂ ਕਹਿ ਸਕਦੇ ਹਾਂ? ਉੱਚੇ ਤੇ ਉੱਚਾ ਰਹਿਣ ਵਾਲਾ ਹੈ ਇੱਕ ਬਾਪ। ਫਿਰ ਦੂਜੇ ਤਬਕੇ ਵੀ ਨੇ 3 ਦੇਵਤਾ। ਉਹ ਬਾਪ ਉੱਚੇ ਤੇ ਉੱਚਾ ਨਿਰਾਕਾਰ। ਸ਼ੰਕਰ ਤਾਂ ਆਕਾਰੀ ਨੇ। ਸ਼ਿਵ ਹੈ ਭੋਲਾਨਾਥ, ਗਿਆਨ ਦਾ ਸਾਗਰ। ਸ਼ੰਕਰ ਨੂੰ ਗਿਆਨ ਦਾ ਸਾਗਰ ਨਹੀਂ ਕਹਿ ਸਕਦੇ। ਤੁਸੀਂ ਬੱਚੇ ਜਾਣਦੇ ਹੋ, ਸ਼ਿਵ ਬਾਬਾ ਭੋਲਾਨਾਥ ਆ ਕੇ ਸਾਡੀ ਝੋਲੀਆਂ ਭਰਦੇ ਨੇ। ਆਦਮਦ ਅੰਤ ਦਾ ਰਾਜ ਸਮਝਾਉਂਦੇ ਨੇ। ਰਚਤਾ ਤੇ ਰਚਨਾ ਦਾ ਰਾਜ ਬੜਾ ਸਿੰਪਲ ਹੈ। ਵੱਡੇ ਵੱਡੇ ਰਿਸ਼ੀ ਮੁਨੀ ਆਦਿ ਵੀ ਇਹਨਾਂ ਸਹਿਜ ਗੱਲਾਂ ਨੂੰ ਨਹੀਂ ਜਾਣ ਸਕਦੇ। ਉਹ ਜਦੋਂ ਰਜੋਗੁਣੀ ਹੀ ਨਹੀਂ ਜਾਣਦੇ ਤਾਂ ਤਮੋਗੁਣੀ ਕਿਵੇਂ ਜਾਣਨਗੇ? ਹੁਣ ਤੁਸੀਂ ਬੱਚੇ ਬਾਪ ਦੇ ਸਨਮੁਖ ਬੈਠੇ ਹੋ। ਬਾਬਾ ਅਮਰ ਕਥਾ ਸੁਣਾ ਰਹੇ ਨੇ। ਇਹ ਤਾਂ ਬੱਚਿਆਂ ਨੂੰ ਨਿਸ਼ਚੈ ਹੈ ਬਰੋਬਰ। ਸਾਡਾ ਬਾਬਾ ਯਾਨੀ ਸ਼ਿਵ ਬਾਬਾ ਸੱਚੀ ਸੱਚੀ ਅਮਰ ਕਥਾ ਸੁਣਾ ਰਹੇ ਨੇ। ਇਸ ਵਿੱਚ ਕੋਈ ਸੰਸ਼ੈ ਨਹੀਂ ਹੋਣਾ ਚਾਹੀਦਾ। ਕੋਈ ਵੀ ਮਨੁੱਖ ਸਾਨੂੰ ਇਹ ਨਹੀਂ ਸੁਣਾ ਰਹੇ। ਭੋਲਾਨਾਥ ਹੈ ਸ਼ਿਵ ਬਾਬਾ। ਕਹਿੰਦੇ ਨੇ, ਮੈਨੂੰ ਆਪਣਾ ਸਰੀਰ ਨਹੀਂ ਹੈ, ਮੈਂ ਨਿਰਾਕਾਰ ਹਾਂ। ਪੂਜਾ ਵੀ ਮੁਝ ਨਿਰਾਕਾਰ ਦੀ ਹੀ ਕਰਦੇ ਨੇ। ਸ਼ਿਵ ਜਯੰਤੀ ਵੀ ਮਨਾਉਂਦੇ ਨੇ। ਹੁਣ ਬਾਪ ਤਾਂ ਜਨਮ ਮਰਨ ਰਹਿਤ ਹੈ। ਉਹ ਹੈ ਭੋਲਾਨਾਥ। ਜ਼ਰੂਰ ਆ ਕੇ ਸਭ ਦੀ ਝੋਲੀ ਭਰੇਗਾ। ਕਿਵੇਂ ਭਰੇਗਾ? ਇਹ ਤੁਸੀਂ ਬੱਚੇ ਹੀ ਸਮਝਦੇ ਹੋ। ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਦੇ ਨੇ। ਇਹੀ ਨੌਲੇਜ ਹੈ। ਗਿਆਨ ਸਾਗਰ ਆ ਕੇ ਗਿਆਨ ਦਿੰਦੇ ਨੇ। ਗੀਤਾ ਤਾਂ ਉਹੀ ਇੱਕ ਹੈ, ਪਰੰਤੂ ਸੰਸਕ੍ਰਿਤ ਸ਼ਲੋਕ ਤਾਂ ਹੈ ਨਹੀਂ। ਭੋਲੀ ਭੋਲੀ ਮਾਤਾਵਾਂ ਸੰਸਕ੍ਰਿਤ ਨੂੰ ਕੀ ਜਾਣਨ? ਉਹਨਾਂ ਦੇ ਲਈ ਹੀ ਤਾਂ ਭੋਲੇਨਾਥ ਬਾਬਾ ਆਂਦੇ ਨੇ। ਉਹ ਵਿਚਾਰੀਆਂ ਤਾਂ ਘਰ ਦੇ ਕੰਮ ਵਿੱਚ ਹੀ ਰਹਿੰਦੀਆਂ ਨੇ। ਇਹ ਤਾਂ ਹੁਣ ਫੈਸ਼ਨ ਪਿਆ ਹੈ ਜੋ ਮਾਤਾਵਾਂ ਵੀ ਨੌਕਰੀ ਕਰਦੀਆਂ ਨੇ। ਬਾਬਾ ਆ ਕੇ ਬੱਚਿਆਂ ਨੂੰ ਉੱਚੀ ਤੇ ਉੱਚੀ ਪੜ੍ਹਾਈ ਪੜ੍ਹਾ ਰਹੇ ਨੇ। ਜੋ ਪਹਿਲੇ ਕੁਝ ਨਹੀਂ ਪੜ੍ਹੇ ਸੀ, ਉਹਨਾਂ ਤੇ ਪਹਿਲੇ ਪਹਿਲੇ ਕਲਸ਼ ਰੱਖਦੇ ਨੇ ਪੜ੍ਹਾਈ ਦਾ। ਉਹ ਤਾਂ ਸਾਰੀਆਂ ਭਗਤਨੀਆਂ ਸੀਤਾਵਾਂ ਸਭ ਨੇ। ਰਾਮ ਆਏ ਨੇ ਰਾਵਣ ਦੀ ਲੰਕਾ ਤੋਂ ਮੁਕਤ ਕਰਨ, ਅਰਥਾਤ ਦੁੱਖਾਂ ਤੋਂ ਮੁਕਤ ਕਰਨ। ਫਿਰ ਤਾਂ ਬਾਪ ਦੇ ਨਾਲ ਘਰ ਹੀ ਜਾਵਾਂਗੇ, ਹੋਰ ਕਿੱਥੇ ਜਾਵਾਂਗੇ? ਯਾਦ ਵੀ ਘਰ ਨੂੰ ਕਰਦੇ ਨੇ। ਅਸੀਂ ਦੁੱਖਾਂ ਤੋਂ ਮੁਕਤੀ ਪਾਈਏ। ਬੱਚੇ ਜਾਣਦੇ ਨੇ ਵਿਚਾਲੇ ਕਿਸੇ ਨੂੰ ਮੁਕਤੀ ਮਿਲ ਨਹੀਂ ਸਕਦੀ। ਸਭ ਨੂੰ ਤਮੋ ਪ੍ਰਧਾਨ ਬਣਨਾ ਹੀ ਹੈ। ਮੁੱਖ ਜੋ ਫਾਊਂਡੇਸ਼ਨ ਹੈ ਉਹੀ ਸੜ ਜਾਂਦਾ ਹੈ। ਧਰਮ ਹੀ ਪ੍ਰਾਇਲੋਪ ਹੋ ਜਾਂਦੇ ਨੇ। ਬਾਕੀ ਕੁਝ ਪ੍ਰਾਏ ਚਿੱਤਰ ਆਦਿ ਜਾ ਕੇ ਰਹਿੰਦੇ ਨੇ। ਲਕਸ਼ਮੀ ਨਾਰਾਇਣ ਦਾ ਚਿੱਤਰ ਵੀ ਗੁੰਮ ਹੋ ਜਾਵੇ ਤਾਂ ਯਾਦਗਾਰ ਕਿਵੇਂ ਰਹੇਗਾ? ਬਰੋਬਰ ਜਾਣਦੇ ਨੇ ਦੇਵੀ ਦੇਵਤਾ ਰਾਜ ਕਰਦੇ ਸੀ। ਉਹਨਾਂ ਦੇ ਚਿੱਤਰ ਹੁਣ ਤੱਕ ਨੇ। ਬੱਚਿਆਂ ਨੂੰ ਇਸ ਤੇ ਸਮਝਾਣਾ ਹੈ। ਤੁਸੀਂ ਜਾਣਦੇ ਹੋ
ਲਕਸ਼ਮੀ ਨਾਰਾਇਣ ਬਚਪਨ ਵਿੱਚ ਪ੍ਰਿੰਸ ਪ੍ਰਿੰਸੈਸ ਰਾਧੇ ਕ੍ਰਿਸ਼ਨ ਸੀ। ਫਿਰ ਮਹਾਰਾਜਾ ਮਹਾਰਾਣੀ ਬਣੇ। ਉਹ ਹੈ ਹੀ ਸਤਿਯੁਗ ਦੇ ਮਾਲਿਕ। ਦੇਵਤਾ ਕਦੇ ਪਤਿਤ ਦੁਨੀਆ ਵਿੱਚ ਪੈਰ ਨਹੀਂ ਧਰ ਸਕਦੇ। ਸ਼੍ਰੀ ਕ੍ਰਿਸ਼ਨ ਤਾਂ ਹੈ ਹੀ ਵੈਕੁੰਠ ਦਾ ਸਵਰਗ ਦਾ ਪ੍ਰਿੰਸ। ਉਹ ਗੀਤਾ ਸੁਣਾ ਨਾ ਸਕੇ। ਕਿੰਨੀ ਵੱਡੀ ਭੁੱਲ ਕਰ ਦਿੱਤੀ। ਕ੍ਰਿਸ਼ਨ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਉਹ ਤਾਂ ਮਨੁੱਖ ਹੈ। ਦੇਵੀ ਦੇਵਤਾ ਧਰਮ ਦਾ ਵਾਸਤਵ ਵਿੱਚ ਦੇਵਤਾ ਬ੍ਰਹਮਾ ਵਿਸ਼ਨੂੰ ਸ਼ੰਕਰ ਤਾਂ ਸੁੱਖਾਂ ਵਤਨ ਵਿੱਚ ਹੀ ਰਹਿੰਦੇ ਨੇ। ਇੱਥੇ ਮਨੁੱਖ ਰਹਿੰਦੇ ਨੇ। ਮਨੁੱਖਾਂ ਨੂੰ ਸੁੱਖਾਂ ਵਤਨ ਵਾਸੀ ਨਹੀਂ ਕਹਿ ਸਕਦੇ। ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਵੇ ਨਮਾ ਕਹਿ ਦਿੰਦੇ ਨੇ ਨਾ। ਉਹ ਹੈ ਦੇਵੀ ਦੇਵਤਾ ਧਰਮ। ਸ਼੍ਰੀ ਲਕਸ਼ਮੀ ਦੇਵੀ, ਸ਼੍ਰੀ ਨਾਰਾਇਣ ਦੇਵਤਾ। ਮਨੁੱਖਾਂ ਨੂੰ 84 ਜਨਮ ਲੈਣੇ ਪੈਂਦੇ ਨੇ। ਹੁਣ ਤੁਸੀਂ ਬੱਚੇ ਜਾਣਦੇ ਹੋ, ਅਸਲ ਵਿੱਚ ਅਸੀਂ ਦੇਵੀ ਦੇਵਤਾ ਧਰਮ ਦੇ ਸੀ। ਉਹ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਐਵੇਂ ਕੋਈ ਕਹਿ ਨਾ ਸਕੇ ਕਿ ਅਸੀਂ ਉੱਥੇ ਕਿਉਂ ਨਹੀਂ। ਇਹ ਤਾਂ ਜਾਣਦੇ ਹੋ ਨਾ, ਉੱਥੇ ਇੱਕ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ। ਬਾਕੀ ਹੋਰ ਧਰਮ ਨੰਬਰਵਾਰ ਆਉਂਦੇ ਨੇ। ਇਹ ਤੁਸੀਂ ਬੱਚੇ ਸਮਝਾ ਸਕਦੇ ਹੋ। ਇਹ ਅਨਾਦਿ ਬਣਿਆ ਬਣਾਇਆ ਖੇਡ ਹੈ। ਇਸ ਵਿੱਚ ਸਤਿਯੁਗ ਹੋਵੇਗਾ। ਭਾਰਤ ਵਿੱਚ ਹੀ ਹੋਣਾ ਹੈ, ਕਿਉਂਕਿ ਭਾਰਤ ਹੀ ਅਵਿਨਾਸ਼ੀ ਖੰਡ ਹੈ। ਇਸ ਦਾ ਵਿਨਾਸ਼ ਨਹੀਂ ਹੁੰਦਾ, ਇਹ ਵੀ ਸਮਝਾਉਣਾ ਪੈਂਦਾ ਹੈ। ਬਾਪ ਦਾ ਜਨਮ ਇੱਥੇ ਹੁੰਦਾ ਹੈ। ਉਹਨਾਂ ਦਾ ਦਿਵਯ ਜਨਮ ਜੋ ਮਨੁੱਸ਼ਿਆਂ ਵਾਂਗੂ ਨਹੀਂ ਹੈ। ਬਾਪ ਆਏ ਨੇ ਨਿਕਾਲਣ। ਹੁਣ ਤੁਸੀਂ ਬਾਪ ਤੇ ਘਰ ਨੂੰ ਯਾਦ ਕਰੋ। ਫਿਰ ਤੁਸੀਂ ਰਾਜਧਾਨੀ ਵਿੱਚ ਆ ਜਾਓਗੇ। ਇਹ ਤਾਂ ਆਸੁਰੀ ਰਾਜਸਥਾਨ ਹੈ। ਬਾਪ ਲੈ ਜਾਂਦੇ ਨੇ ਦੇਵੀ ਰਾਜਸਥਾਨ ਵਿੱਚ। ਹੋਰ ਕੋਈ ਤਕਲੀਫ ਨਹੀਂ ਦਿੰਦੇ। ਸਿਰਫ ਬਾਪ ਤੇ ਵਰਸੇ ਨੂੰ ਯਾਦ ਕਰਨਾ ਹੈ। ਇਹ ਹੈ ਅਜੱਪਾ ਜਾਪ। ਮੂੰਹ ਤੋਂ ਕੁਝ ਵੀ ਨਹੀਂ ਕਹਿਣਾ। ਸੂਖਸ਼ਮ ਵਤਨ ਮੇਂ ਕੁਝ ਕਹਿਣਾ ਨਹੀਂ। ਸਾਇਲੈਂਸ ਵਿੱਚ ਬਾਪ ਨੂੰ ਯਾਦ ਕਰਨਾ ਹੈ। ਘਰ ਬੈਠੇ ਬੰਧੇਲੀਆਂ ਵੀ ਘਰ ਬੈਠੇ ਸੁਣਦੀਆਂ ਰਹਿੰਦੀਆਂ ਨੇ। ਛੁੱਟੀ ਨਹੀਂ ਮਿਲਦੀ। ਹਾਂ, ਘਰ ਬੈਠੇ ਹੋ, ਪਵਿੱਤਰ ਰਹਿਣ ਦੀ ਕੋਸ਼ਿਸ਼ ਕਰੋ। ਬੋਲੋ, ਸਾਨੂੰ ਸੁਪਨੇ ਵਿੱਚ ਡਾਇਰੈਕਸ਼ਨ ਮਿਲਦਾ ਹੈ, ਪਵਿੱਤਰ ਰਹੋ। ਹੁਣ ਮੌਤ ਸਾਹਮਣੇ ਖੜਾ ਹੈ। ਹੁਣ ਤੁਸੀਂ ਵਾਨਪ੍ਰਸਥ ਅਵਸਥਾ ਵਿੱਚ ਹੋ। ਵਾਨਪ੍ਰਸਤੀਆਂ ਨੂੰ ਕਦੇ ਵਿਕਾਰ ਦਾ ਖਿਆਲ ਥੋੜ੍ਹੀ ਆਉਂਦਾ ਹੈ। ਹੁਣ ਬਾਪ ਸਾਰੀ ਦੁਨੀਆ ਦੇ ਲਈ ਕਹਿੰਦੇ ਨੇ ਸਭ ਦੀ ਵਾਨਪ੍ਰਸਥ ਅਵਸਥਾ ਹੈ। ਸਭ ਨੂੰ ਵਾਪਸ ਘਰ ਜਾਣਾ ਹੈ। ਘਰ ਨੂੰ ਯਾਦ ਕਰਨਾ ਹੈ। ਫਿਰ ਆਣਾ ਭਾਰਤ ਵਿੱਚ ਹੈ। ਮੂੰਹ ਤਾਂ ਘਰ ਦੀ ਤਰਫ ਹੀ ਹੋਏਗਾ ਨਾ। ਬੱਚਿਆਂ ਨੂੰ ਹੋਰ ਕੋਈ ਤਕਲੀਫ ਨਹੀਂ ਦਿੱਤੀ ਜਾਂਦੀ। ਬੜਾ ਸਹਿਜ ਹੈ। ਘਰੇ ਬੈਠੇ ਭਲੇ ਭੋਜਨ ਬਣਾਓ ਸ਼ਿਵ ਬਾਬਾ ਦੀ ਯਾਦ ਵਿੱਚ। ਘਰ ਵਿੱਚ ਭੋਜਨ ਬਣਾਉਂਦੇ ਹੋ ਤਾਂ ਪਤੀ ਯਾਦ ਰਹਿੰਦਾ ਹੈ ਨਾ। ਬਾਪ ਕਹਿੰਦੇ ਨੇ ਇਹ ਤਾਂ ਪਤੀਆਂ ਦਾ ਪਤੀ ਹੈ। ਉਹਨਾਂ ਨੂੰ ਯਾਦ ਕਰੋ ਜਿਸ ਤੋਂ 21 ਜਨਮਾਂ ਦੇ ਲਈ ਵਰਸਾ ਮਿਲਦਾ ਹੈ। ਅੱਛਾ, ਕੋਈ ਨੂੰ ਛੁੱਟੀ ਨਹੀਂ ਮਿਲਦੀ। ਉੱਥੇ ਰਹਿ ਕੇ ਬਾਪ ਤੇ ਵਰਸੇ ਨੂੰ ਯਾਦ ਕਰੋ। ਆਪਣਾ ਤਾਂ ਤੁਸੀਂ ਛੁਟਕਾਰਾ ਕਰ ਲਓ। ਬਾਪ ਤੋਂ ਪੂਰਾ ਵਰਸਾ ਲੈ ਸਕਦੇ ਹੋ। ਧੀਰੇ ਧੀਰੇ ਛੁਟਕਾਰਾ ਮਿਲਣਾ ਹੀ ਹੈ। ਹਾਂ, ਰੁਦਰ ਗਿਆਨ ਯੱਗ ਵਿੱਚ ਵਿਘਨ ਜ਼ਰੂਰ ਪੈਣੇ ਨੇ। ਆਖਰੀ ਜਦ ਤੱਕ ਤੁਹਾਡਾ ਪ੍ਰਭਾਵ ਨਿਕਲੇਗਾ। ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਰਹਿਣਗੇ। ਵਿਘਨ ਤਾਂ ਪੈਂਦੇ ਹੀ ਰਹਿਣਗੇ। ਇਸ ਵਿੱਚ ਧੈਰਯ ਧਰਨਾ ਹੈ। ਉਤਾਵਲਾ ਨਹੀਂ ਹੋਣਾ ਹੈ। ਘਰ ਬੈਠੇ ਪਤੀ ਆਦਿ ਮਿੱਤਰ ਸੰਬੰਧੀਆਂ ਨੂੰ ਇੱਕੋ ਹੀ ਗੱਲ ਸੁਣਾਓ ਕਿ ਬਾਪ ਦਾ ਫਰਮਾਨ ਹੈ ਸਿਰਫ ਮੈਨੂੰ ਯਾਦ ਕਰੋ। ਵਰਸਾ ਲਓ। ਕ੍ਰਿਸ਼ਨ ਤਾਂ ਹੋ ਨਹੀਂ ਸਕਦਾ। ਬਾਪ ਨੂੰ ਹੀ ਯਾਦ ਕਰਨਾ ਹੈ। ਬਾਪ ਦਾ ਹੀ ਪਰਿਚੈ ਦੇਣਾ ਹੈ ਜੋ ਸਭ ਜਾਣ ਸਾਡਾ ਬਾਬਾ ਸ਼ਿਵ ਬਾਬਾ ਹੈ। ਉਹ ਯਾਦ ਚੰਗੀ ਰਹਿ ਸਕਦੀ ਹੈ। ਥੋੜੇ ਸਮੇਂ ਦੇ ਲਈ ਇਹ ਬੰਧਨ ਮਾਰਪੀਟ ਆਦਿ ਨੇ। ਅੱਗੇ ਚੱਲ ਇਹ ਵੀ ਬੰਦ ਹੋ ਜਾਣਗੇ। ਕੋਈ ਬਿਮਾਰੀ ਹੁੰਦੀ ਹੈ, ਕੋਈ ਤਾਂ ਝੱਟ ਛੁੱਟ ਜਾਂਦੀ ਹੈ, ਕੋਈ ਵਰਸ਼ 2 ਵਰਸ਼ ਤੱਕ ਵੀ ਚਲਦੀ ਰਹਿੰਦੀ ਹੈ। ਇਸ ਵਿੱਚ ਉਪਾਅ ਯਹੀ ਹੈ ਬਾਪ ਨੂੰ ਯਾਦ ਕਰਦੇ ਕਰਦੇ ਬੰਧਨ ਛੁੱਟ ਜਾਣਗੇ। ਇਸ ਲਈ ਹਰ ਗੱਲ ਵਿੱਚ ਧੀਰਜ ਚਾਹੀਦਾ ਹੈ। ਬਾਬਾ ਕਹਿੰਦੇ ਨੇ ਜਿਤਨਾ ਤੁਸੀਂ ਯਾਦ ਕਰੋਗੇ
ਓਨੇ ਵਿਕਰਮ ਵਿਨਾਸ਼ ਹੋਣਗੇ, ਬੁੱਧੀ ਟੁੱਟਦੀ ਜਾਏਗੀ। ਇਹ ਵਿਕਰਮਾਂ ਦੇ ਬੰਧਨ ਨੇ ਵਿਕਾਰ ਨੂੰ। ਨੰਬਰ 1 ਵਿਕਰਮ ਕਿਹਾ ਜਾਂਦਾ ਹੈ। ਹੁਣ ਤੁਸੀਂ ਵਿਕਰਮਾ ਜੀਤ ਬਣਦੇ ਹੋ। ਵਿਕਰਮਾ ਜੀਤ ਯਾਦ ਤੋਂ ਹੀ ਬਣਿਆ ਜਾਂਦਾ ਹੈ। ਸਾਰੇ ਖਾਤੇ ਖਲਾਸ ਹੋ ਜਾਣਗੇ, ਫਿਰ ਸੁੱਖ ਦਾ ਖਾਤਾ ਸ਼ੁਰੂ ਹੋਏਗਾ। ਵਪਾਰੀਆਂ ਦੇ ਲਈ ਬੜਾ ਸਹਿਜ ਹੈ। ਸਮਝਦੇ ਨੇ ਪੁਰਾਣਾ ਖਾਤਾ ਖਲਾਸ ਕਰ, ਨਵਾਂ ਸ਼ੁਰੂ ਕਰਨਾ ਹੈ। ਯਾਦ ਕਰਦੇ ਰਹੋਗੇ ਜਮਾ ਹੁੰਦਾ ਜਾਏਗਾ, ਯਾਦ ਨਹੀਂ ਕਰੋਗੇ ਤਾਂ ਜਮਾ ਕਿਵੇਂ ਹੋਏਗਾ? ਇਹ ਵੀ ਵਪਾਰ ਹੈ ਨਾ। ਬਾਬਾ ਤਾਂ ਕੋਈ ਤਕਲੀਫ ਨਹੀਂ ਦਿੰਦੇ, ਧੱਕੇ ਆਦਿ ਕੁਝ ਵੀ ਖਾਣਾ ਨਹੀਂ ਹੈ। ਉਹ ਤਾਂ ਜਨਮ ਜਨਮਾਂਤਰ ਖਾਂਦੇ ਹੀ ਆਏ। ਹੁਣ ਸਤ ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਨੇ। ਗੋਡ ਹੀ ਸੱਤ ਬਤਾਉਂਦੇ ਨੇ, ਬਾਕੀ ਸਭ ਝੂਠ ਹੈ। ਕੰਟਰਾਸਟ ਦੇਖੋ, ਬਾਬਾ ਕੀ ਸਮਝਾਉਂਦੇ, ਮਨੁੱਖ ਕੀ ਸਮਝਾਉਂਦੇ ਨੇ। ਹੈ ਇਹ ਡਰਾਮਾ, ਫਿਰ ਵੀ ਐਵੇਂ ਹੋਵੇਗਾ। ਹੁਣ ਤੁਸੀਂ ਜਾਣਦੇ ਹੋ ਅਸੀਂ ਸਦਗਤੀ ਨੂੰ ਪਾਉਂਦੇ ਹਾਂ ਸ਼੍ਰੀਮਤ ਤੇ ਚੱਲਣ ਤੇ, ਨਹੀਂ ਤਾਂ ਇੰਨਾ ਉੱਚ ਪਦ ਨਹੀਂ ਮਿਲੇਗਾ। ਤੁਸੀਂ ਨਿਮਿਤ ਬੰਦੇ ਹੋ ਸਵਰਗ ਵਿੱਚ ਜਾਣ ਦੇ ਲਈ। ਉੱਥੇ ਕੋਈ ਵਿਕਰਮ ਨਹੀਂ ਹੁੰਦਾ, ਇੱਥੇ ਵਿਕਰਮ ਹੁੰਦੇ ਨੇ, ਸਜ਼ਾ ਵੀ ਭੋਗਣੀ ਪੈਂਦੀ ਹੈ। ਜੋ ਸ਼੍ਰੀਮਤ ਤੇ ਨਹੀਂ ਚੱਲਦੇ ਉਹਨਾਂ ਨੂੰ ਕੀ ਕਿਹਾ ਜਾਏ? ਨਾਸਤਿਕ। ਭਲੇ ਬਾਬਾ ਜਾਣਦਾ ਹੈ ਬਾਬਾ ਆਸਤਿਕ ਬਣਾਉਂਦੇ, ਪਰ ਫਿਰ ਵੀ ਅਗਰ ਉਹਨਾਂ ਦੀ ਮੱਤ ਤੇ ਨਾ ਚੱਲੇ ਤਾਂ ਨਾਸਤਿਕ ਠਹਿਰੇ ਨਾ। ਜਾਣਦੇ ਵੀ ਨੇ ਸ਼ਿਵ ਬਾਬਾ ਦੀ ਸ਼੍ਰੀਮਤ ਤੇ ਚੱਲਣਾ ਹੈ, ਪਰ ਜਾਣਦੇ ਹੋਏ ਵੀ ਨਾ ਚੱਲਣ ਤਾਂ ਉਸਨੂੰ ਕੀ ਕਹਾਂਗੇ? ਸ਼੍ਰੀਮਤ ਹੈ ਸ੍ਰੇਸ਼ਟ ਬਣਾਉਣ ਦੀ, ਸਤ ਤੋਂ ਉੱਚੀ ਤੇ ਉੱਚਾ। ਉਹ ਸਤਿਗੁਰੂ ਹੈ। ਬਾਪ ਬੈਠ ਬੱਚਿਆਂ ਨੂੰ ਸਨਮੁਖ ਸਮਝਾਉਂਦੇ ਨੇ, ਕਲਪ ਕਲਪ ਸਮਝਾਇਆ ਸੀ। ਬਾਕੀ ਸ਼ਾਸਤਰ ਸਭ ਭਗਤੀ ਮਾਰਗ ਦੇ ਨੇ। ਅਨੇਕ ਢੇਰ ਦੇ ਢੇਰ ਸ਼ਾਸਤਰ ਨੇ, ਸ਼ਾਸਤਰਾਂ ਦੀ ਬਹੁਤ ਇੱਜ਼ਤ ਰੱਖਦੇ ਨੇ। ਜਿਵੇਂ ਸ਼ਾਸਤਰਾਂ ਨੂੰ ਪਰਿਕਰਮਾ ਦਿੰਦੇ ਨੇ, ਉਵੇਂ ਚਿੱਤਰਾਂ ਨੂੰ ਵੀ ਪਰਿਕਰਮਾ ਦਿਲਾਉਂਦੇ ਨੇ। ਹੁਣ ਬਾਬਾ ਕਹਿੰਦੇ ਇਹਨਾਂ ਸਾਰਿਆਂ ਨੂੰ ਭੁੱਲ ਜਾਓ, ਇੱਕਦਮ ਜ਼ੀਰੋ ਬਣ ਜਾਓ, ਬਿੰਦੀ ਲਗਾ ਦਿਓ। ਹੋਰ ਕੋਈ ਗੱਲਾਂ ਨਾ ਸੁਣੋ। ਹੀਅਰ ਨੋ ਇਵਿਲ, ਸੀ ਨੋ ਇਵਿਲ, ਟਾਕ ਨੋ ਇਵਿਲ। ਇੱਕ ਬਾਪ ਦੇ ਸਿਵਾਏ ਦੂਜੇ ਕੋਈ ਦੀ ਗੱਲ ਨਾ ਸੁਣੋ। ਆ ਸ਼ਰੀਰੀ ਬਣ ਜਾਓ, ਸਭ ਕੁਝ ਭੁੱਲ ਜਾਓ। ਤੁਸੀਂ ਆਤਮਾਵਾਂ ਸਰੀਰ ਨਾਲ ਸੁਣਦੀਆਂ ਹੋ। ਬਾਪ ਆ ਕੇ ਬ੍ਰਹਮਾ ਦੁਆਰਾ ਸਮਝਾਉਂਦੇ ਨੇ, ਬੱਚਿਆਂ ਨੂੰ ਸਦਗਤੀ ਦਾ ਮਾਰਗ ਦੱਸਦੇ ਨੇ। ਭਲੇ ਪਹਿਲੇ ਕਿੰਨੇ ਵੀ ਯਤਨ ਕੀਤੇ, ਪਰ ਮੁਕਤੀ ਜੀਵਨ ਮੁਕਤੀ ਕੋਈ ਦੇ ਨਾ ਸਕੇ। ਕਲਪ ਦੀ ਆਯੂ ਹੀ ਲੰਬੀ ਕਰ ਦਿੱਤੀ। ਜਿਨ੍ਹਾਂ ਦੀ ਤਕਦੀਰ ਵਿੱਚ ਹੋਵੇਗਾ ਉਹੀ ਸੁਣੇਗਾ, ਤਕਦੀਰ ਵਿੱਚ ਨਹੀਂ ਤਾਂ ਆ ਨਹੀਂ ਸਕਣਗੇ। ਇੱਥੇ ਵੀ ਤਕਦੀਰ ਦੀ ਗੱਲ ਹੈ। ਬਾਪ ਸਮਝਾਉਂਦੇ ਕਿੰਨਾ ਸਹਿਜ ਨੇ। ਕੋਈ ਕਹਿੰਦੇ ਸਾਡਾ ਮੂੰਹ ਨਹੀਂ ਖੁੱਲਦਾ। ਅਰੇ ਐਨੀ ਸੌਖੀ ਗੱਲ, ਬਾਪ ਤੇ ਵਰਸੇ ਨੂੰ ਯਾਦ ਕਰੋ। ਉਹਨਾਂ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮਨ ਮਨਾ ਭਵ। ਸ਼ਿਵ ਬਾਬਾ ਹੈ ਸਭੀ ਆਤਮਾਵਾਂ ਦਾ ਬਾਪ। ਕ੍ਰਿਸ਼ਨ ਨੂੰ ਬਾਪ ਨਹੀਂ ਕਹਿ ਸਕਦੇ। ਬ੍ਰਹਮਾ ਵੀ ਬਾਪ ਹੈ ਸਾਰੀ ਪ੍ਰਜਾ ਦਾ। ਹੁਣ ਆਤਮਾਵਾਂ ਦਾ ਬਾਪ ਵੱਡਾ ਜਾਂ ਪ੍ਰਜਾ ਦਾ ਬਾਪ ਵੱਡਾ? ਵੱਡੇ ਬਾਬਾ ਨੂੰ ਯਾਦ ਕਰਨ ਨਾਲ ਪ੍ਰਲਬਧ ਸਵਰਗ ਦਾ ਵਰਸਾ ਮਿਲੇਗਾ। ਅੱਗੇ ਚੱਲ ਤੁਹਾਡੇ ਕੋਲ ਬਹੁਤ ਆਣਗੇ, ਜਾਣਗੇ ਕਿੱਥੇ? ਆਉਂਦੇ ਰਹਿਣਗੇ। ਜਿੱਥੇ ਬਹੁਤ ਲੋਕ ਜਾਂਦੇ ਨੇ, ਇੱਕ ਦੋ ਨੂੰ ਵੇਖ ਉੱਥੇ ਘੁੱਸ ਜਾਂਦੇ ਨੇ। ਤੁਹਾਡੇ ਵਿੱਚ ਵੀ ਵਰਿੱਧੀ ਨੂੰ ਪਾਉਂਦੇ ਰਹਿਣਗੇ। ਵਿਘਨ ਕਿੰਨੇ ਵੀ ਆਣ, ਉਹਨਾਂ ਖਿਟਪਿਟਾਂ ਤੋਂ ਪਾਸ ਹੋ ਕੇ ਆਪਣੀ ਰਾਜਧਾਨੀ ਤਾਂ ਸਥਾਪਨ ਕਰਨੀ ਹੀ ਹੈ। ਰਾਮ ਰਾਜ ਸਥਾਪਨ ਕਰ ਰਹੇ ਹੋ। ਰਾਮ ਰਾਜ ਹੈ ਨਵੀਂ ਦੁਨੀਆ, ਤੁਸੀਂ ਜਾਣਦੇ ਹੋ। ਅਸੀਂ ਆਪਣੇ ਹੀ ਤਨ ਮਨ ਧਨ ਤੋਂ ਭਾਰਤ ਨੂੰ ਸਵਰਗ ਬਣਾ ਰਹੇ ਹਾਂ ਸ਼੍ਰੀਮਤ ਤੇ। ਕੋਈ ਨੂੰ ਪੁੱਛੋ ਕਿ ਤੁਸੀਂ ਪਰਮ ਪਿਤਾ ਪਰਮਾਤਮਾ ਨੂੰ ਜਾਣਦੇ ਹੋ? ਤੁਹਾਡਾ ਉਹਨਾਂ ਨਾਲ ਕੀ ਸੰਬੰਧ ਹੈ? ਪ੍ਰਜਾ ਪਿਤਾ ਬ੍ਰਹਮਾ ਨਾਲ ਕੀ ਸੰਬੰਧ ਹੈ? ਉਹ ਹੈ ਬੇਹੱਦ ਦਾ ਬਾਪ। ਫਿਰ ਨੇ ਬਿਰਾਦਰੀਆਂ, ਇੱਕ ਤੋਂ ਹੀ ਸਾਰੀਆਂ ਨਿਕਲੀਆਂ ਹੋਈਆਂ ਨੇ ਨਾ। ਪਰਮ ਪਿਤਾ ਪਰਮਾਤਮਾ ਨੇ ਪ੍ਰਜਾ ਪਿਤਾ ਬ੍ਰਹਮਾ ਦੁਆਰਾ ਸ੍ਰਿਸ਼ਟੀ ਰਚੀ, ਅਰਥਾਤ ਪਤਿਤ ਤੋਂ ਪਾਵਨ ਬਣਾਇਆ। ਦੁਨੀਆ ਕੁਝ ਨਹੀਂ ਜਾਣਦੀ।
ਹਮ ਸੋ ਪੂਜੇ ਹਮ ਸੋ ਪੁਜਾਰੀ ਗਾਉਂਦੇ ਨੇ। ਪਰ ਫਿਰ ਭਗਵਾਨ ਦੇ ਲਈ ਕਹਿ ਦਿੰਦੇ, ਅਗਰ ਭਗਵਾਨ ਹੀ ਪੁਜਾਰੀ ਬਣੇ ਤਾਂ ਪੂਜੇ ਕੌਣ ਬਣਾਵੇ? ਇਹ ਪੁੱਛਣਾ ਚਾਹੀਦਾ ਹੈ। ਬੱਚਿਆਂ ਨੂੰ ਹਮ ਸੋ ਦਾ ਅਰਥ ਸਮਝਾਇਆ ਹੈ। ਹਮ ਸੋ ਸ਼ੂਦਰ ਸੀ, ਹਮ ਸੋ ਦੇਵਤਾ ਬਣ ਰਹੇ ਹਾਂ। ਚੱਕਰ ਨੂੰ ਯਾਦ ਤਾਂ ਕਰ ਸਕਦੇ ਹੋ ਨਾ। ਗਾਇਆ ਜਾਂਦਾ ਹੈ, ਫਾਦਰ ਸ਼ੋਜ਼ ਸਨ, ਫਿਰ ਸਨ ਸ਼ੋਜ਼ ਫਾਦਰ। ਅੱਛਾ, ਮਿੱਠੀ ਮਿੱਠੀ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਹੋਸ਼ਿਆਰ ਵਪਾਰੀ ਬਣ। ਪੁਰਾਣੇ ਸਭ ਖਾਤੇ ਖਲਾਸ ਕਰ, ਸੁੱਖ ਦਾ ਖਾਤਾ ਸ਼ੁਰੂ ਕਰਨਾ ਹੈ। ਯਾਦ ਵਿੱਚ ਰਹਿ, ਵਿਕਰਮਾਂ ਦੇ ਬੰਧਨ ਕੱਟਣੇ ਨੇ। ਧੀਰਜ ਧਰਨਾ ਹੈ, ਉਤਾਵਲਾ ਨਹੀਂ ਹੋਣਾ ਹੈ। ਦੂਜਾ, ਘਰ ਵਿੱਚ ਬੈਠੇ ਭੋਜਨ ਬਣਾਉਂਦੇ, ਖਾਣਾ ਬਣਾਉਂਦੇ, ਹਰ ਕਰਮ ਕਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਬਾਬਾ ਜੋ ਅਵਿਨਾਸ਼ੀ ਗਿਆਨ ਰਤਨ ਦਿੰਦੇ ਨੇ, ਉਸ ਤੋਂ ਆਪਣੀ ਝੋਲੀ ਭਰ ਕੇ ਦੂਜਿਆਂ ਨੂੰ ਵੀ ਦਾਨ ਦੇਣਾ ਹੈ। ਵਰਦਾਨ ਹੈ, ਸਾਖੀ ਬਣ। ਮਾਇਆ ਦੇ ਖੇਡ ਨੂੰ ਮਨੋਰੰਜਨ ਸਮਝ ਕੇ ਦੇਖਣ ਵਾਲੇ ਮਾਸਟਰ ਰਚਤਾ ਭਵ। ਸਾਖੀ ਬਣ। ਮਾਇਆ ਦੇ ਖੇਲ ਨੂੰ ਮਨੋਰੰਜਨ ਸਮਝ ਕੇ ਦੇਖਣ ਵਾਲੇ ਮਾਸਟਰ ਰਚਤਾ ਭਵ। ਮਾਇਆ ਕਿੰਨੇ ਵੀ ਰੰਗ ਦਿਖਾਏ, ਮੈਂ ਮਾਇਆ ਪਤੀ ਹਾਂ। ਮਾਇਆ ਰਚਨਾ ਹੈ, ਮੈਂ ਮਾਸਟਰ ਰਚਤਾ ਹਾਂ। ਇਸ ਸਮ੍ਰਿਤੀ ਨਾਲ ਮਾਇਆ ਦਾ ਖੇਡ ਵੇਖੋ। ਖੇਲ ਵਿੱਚ ਹਾਰ ਨਹੀਂ ਖਾਓ। ਸਾਖੀ ਬਣ ਕੇ ਮਨੋਰੰਜਨ ਸਮਝ ਕੇ ਦੇਖਦੇ ਚਲੋ ਤਾਂ ਫਸਟ ਨੰਬਰ ਵਿੱਚ ਆ ਜਾਓਗੇ। ਉਹਨਾਂ ਦੇ ਲਈ ਮਾਇਆ ਦੀ ਕੋਈ ਸਮੱਸਿਆ ਨਹੀਂ ਲੱਗੇਗੀ। ਕੋਈ ਕੁਐਸਚਨ ਨਹੀਂ ਹੋਏਗਾ। ਸਦਾ ਸਾਖੀ, ਸਦਾ ਬਾਪ ਦੇ ਸਾਥ ਦੀ ਸਮ੍ਰਿਤੀ ਤੋਂ ਵਿਜਈ ਬਣ ਜਾਓਗੇ। ਸਲੋਗਨ ਹੈ, ਮਨ ਨੂੰ ਸ਼ੀਤਲ, ਬੁੱਧੀ ਨੂੰ ਰਹਿਮ ਦਿਲ ਤੇ ਮੂੰਹ ਨੂੰ ਮਿੱਠਾ ਬਣਾਓ। ਮਨ ਨੂੰ ਸ਼ੀਤਲ, ਬੁੱਧੀ ਨੂੰ ਰਹਿਮ ਦਿਲ ਤੇ ਮੂੰਹ ਨੂੰ ਮਿੱਠਾ ਬਣਾਓ। ਅੱਛਾ, ਓਮ ਸ਼ਾਂਤੀ।